ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ। ਉਮੀਦ ਕਰਦੇ ਹਾਂ ਕਿ ਤੁਹਾਡਾ ਸਾਰਿਆਂ ਦਾ ਹਾਲ ਚਾਲ ਬਹੁਤ ਵਧੀਆ ਹੋਊਗਾ ਜੀ। ਤੁਸੀਂ ਸੁਣੋ ਜੀ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ। ਅੱਜ ਦੀਆਂ ਖਬਰਾਂ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਗੱਲ ਕਰਾਂਗੇ ਅੱਜ ਅਸੀਂ ਇਟਲੀ ਦੇ ਵਿੱਚ ਜਿਹੜੇ ਖੁੱਲ੍ਹ ਰਹੇ ਨੇ ਸਕੂਲ ਖੁੱਲ੍ਹ ਰਹੇ ਨੇ, ਲਾਇਸੈਂਸ ਦੇ ਸਕੂਲ ਖੁੱਲ੍ਹ ਰਹੇ ਨੇ, ਇਹਨਾਂ ਦੇ ਵਿੱਚ ਕਿਹੜੀਆਂ ਚੀਜ਼ਾਂ ਦਾ ਬਦਲਾਅ ਆਇਆ। ਅਸੀਂ ਆਰਟੀਕਲ ਵੀ ਲਿਖਿਆ ਸੀ ਆਪਣੀ ਵੈਬਸਾਈਟ idapunjabi.com ਉੱਤੇ, ਅਤੇ ਅੱਜ ਤੁਹਾਨੂੰ ਬੋਲ ਕੇ ਵੀ ਦੱਸ ਰਹੇ। ਇਸ ਤੋਂ ਬਾਅਦ ਗੱਲ ਕਰਾਂਗੇ ਇਸ ਟਾਈਮ ਅਸੀਂ ਸਿਰਫ ਕਿੱਥੇ ਘੁੰਮ ਸਕਦੇ ਹਾਂ ਅਤੇ ਕਿਸ ਦਿਨ ਤੋਂ ਕਿਸ ਤਾਰੀਖ ਤੋਂ ਕਿੱਥੇ ਕਿੱਥੇ ਬਿਨਾਂ ਪਰਮਿਸ਼ਨ ਤੋਂ ਸਾਨੂੰ ਜਾਣ ਦੀ ਆਗਿਆ ਹੈ, ਕਿਉਂਕਿ ਹੁਣ ਵੀ ਬਹੁਤ ਸਾਰੇ ਕੁਐਸਚਨ ਪੁੱਛੇ ਜਾ ਰਹੇ ਨੇ, ਸ਼ੱਕ ਨੇ ਬਹੁਤ ਸਾਰੇ ਕਿ ਕਿੱਥੇ ਬੰਦਾ ਜਾ ਸਕਦਾ ਅਤੇ ਕਿੱਥੇ ਬੰਦਾ ਨਹੀਂ ਜਾ ਸਕਦਾ। ਪਰ ਇਹ ਸਭ ਜਾਣਨ ਦੇ ਲਈ ਤੁਹਾਨੂੰ ਸੁਣਨੀਆਂ ਪੈਣੀਆਂ ਜੀ ਸਾਡੀਆਂ ਖਬਰਾਂ ਐਂਡ ਤੱਕ। ਅਤੇ ਅੱਜ ਦੀਆਂ ਖਬਰਾਂ ਦੇ ਵਿੱਚ ਆਪਾਂ ਸ਼ੁਰੂਆਤ ਕਰਦੇ ਹਾਂ ਜੀ ਹਰ ਰੋਜ਼ ਦੀ ਤਰ੍ਹਾਂ ਇਟਲੀ ਦੇ ਹਾਲ ਦੇਖਣ ਦੇ। ਇਟਲੀ ਦੇ ਵਿੱਚ ਅੱਜ 665 ਨਵਾਂ ਕੇਸ, 161 ਮਰੀਜ਼ਾਂ ਦੀ ਮੌਤ, 2881 ਮਰੀਜ਼ ਠੀਕ ਹੋਏ ਨੇ ਜੀ। ਹਰ ਰੋਜ਼ ਹਜ਼ਾਰਾਂ ਦੇ ਹਿਸਾਬ ਨਾਲ ਬੰਦੇ ਠੀਕ ਹੋ ਗਏ ਨੇ। ਅੱਜ 2881 ਮਰੀਜ਼ ਠੀਕ ਹੋਇਆ ਜੀ, ਅਤੇ ਜਿਹਦੇ ਨਾਲ ਠੀਕ ਹੋਣ ਵਾਲਿਆਂ ਦੀ ਗਿਣਤੀ ਇਟਲੀ ਦੇ ਵਿੱਚ 1,32,282 ਤੱਕ ਪਹੁੰਚ ਗਈ ਹੈ। ਇੰਡੀਆ ਦਾ ਦੇਖਦੇ ਹਾਂ ਜੀ, ਇੰਡੀਆ ਦੇ ਵਿੱਚ ਟੋਟਲ ਕਿੰਨੇ ਮਰੀਜ਼ ਨੇ। ਇੰਡੀਆ ਦੇ ਵਿੱਚ ਹੁਣ ਤੱਕ ਜਿਹੜੇ ਕੰਫਰਮ ਕੇਸ ਨੇ 1,11,671 ਨੇ, ਅਤੇ ਇਸ ਤੋਂ ਬਾਅਦ ਜੇ ਦੇਖੀਏ ਤਾਂ ਐਕਟਿਵ ਜਿਹੜੇ ਕੇਸ ਆ 62,985, 5190 ਨਵਾਂ ਕੇਸ ਇੰਡੀਆ ਦੇ ਵਿੱਚ ਸਾਹਮਣੇ ਆਇਆ ਜੀ। ਉਸ ਤੋਂ ਬਾਅਦ 45,249 ਇੰਡੀਆ ਦੇ ਵਿੱਚ ਟੋਟਲ ਬੰਦਾ ਮਰੀਜ਼ ਹੈ ਜਿਹੜਾ ਠੀਕ ਹੋ ਚੁੱਕਾ ਹੈ ਜੀ। ਇੰਡੀਆ ਦੇ ਵਿੱਚ ਮਰਨ ਵਾਲੇ ਦੀ ਗਿਣਤੀ ਜਿਹੜੀ ਹੈ ਜੀ 3,430 ਹੋ ਚੁੱਕੀ ਹੈ। ਅੱਜ 128 ਮੌਤਾਂ ਹੋਈਆਂ ਨੇ, 2940 ਮਰੀਜ਼ ਠੀਕ ਹੋਏ ਨੇ ਇੰਡੀਆ ਦੇ ਵਿੱਚ। ਅਤੇ ਸਭ ਤੋਂ ਵੱਧ ਜਿੱਥੇ ਕੇਸ ਸਾਹਮਣੇ ਆਏ ਜੀ ਉਹ ਮਹਾਰਾਸ਼ਟਰ ਦੇ ਵਿੱਚ 2161 ਮਹਾਰਾਸ਼ਟਰ ਦੇ ਵਿੱਚ ਅੱਜ ਨਵਾਂ ਕੇਸ ਸਾਹਮਣੇ ਆਇਆ ਜੀ। ਯਾਦ ਕਰਾਉਣਾ ਚਾਹੁੰਦੇ ਹਾਂ ਜੀ, ਇਹ ਜਿਸ ਟਾਈਮ ਅਸੀਂ ਰਿਕਾਰਡਿੰਗ ਕਰ ਰਹੇ ਹਾਂ ਜੀ ਉਸ ਟਾਈਮ ਦਾ ਡਾਟਾ ਹੋ ਸਕਦਾ ਬਾਅਦ ਵਿੱਚ ਇਹ ਬਦਲ ਸਕਦਾ ਜੀ। ਪਾਕਿਸਤਾਨ ਦੇ ਵਿੱਚ ਵੀ ਇੱਕ ਨਜ਼ਰ ਮਾਰ ਲੈਂਦੇ ਜੀ। ਪਾਕਿਸਤਾਨ ਦੇ ਵਿੱਚ ਟੋਟਲ 42,898 ਕੇਸ ਕੰਫਰਮ ਕੀਤੇ ਗਏ ਨੇ ਜੀ। 13,101 ਮਰੀਜ਼ ਠੀਕ ਹੋ ਚੁੱਕਾ ਹੈ ਜੀ। 985 ਟੋਟਲ ਮੌਤਾਂ ਹੋ ਚੁੱਕੀਆਂ ਨੇ ਪਾਕਿਸਤਾਨ ਦੇ ਵਿੱਚ। ਸਭ ਤੋਂ ਪਹਿਲਾਂ ਅਸੀਂ ਅੱਜ ਦੀਆਂ ਖਬਰਾਂ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਪੁੱਛਿਆ ਜਾ ਰਿਹਾ ਜੀ ਕਿ ਕੀ 2019 ਦੇ ਪੇਪਰ ਜਾਂ ਫਿਰ 2020 ਦੇ ਵਿੱਚ ਪੇਪਰ ਜਿਹੜੇ ਆ ਖੇਤੀਬਾੜੀ ਦੇ ਖੁੱਲ੍ਹਣਗੇ। ਹੁਣ ਥੋੜ੍ਹੇ ਜਿਹੇ ਹਾਲਾਤ ਜਿਹੜੇ ਮੁਸ਼ਕਲ ਲੱਗ ਰਹੇ ਨੇ। ਹਾਂਜੀ, ਜਿਹੜੇ 2019 ਦੇ ਪੇਪਰ ਭਰੇ ਸੀ ਉਹਨਾਂ ਦੇ ਚਾਂਸ ਹੋ ਸਕਦੇ ਆ। ਖੇਤੀਬਾੜੀ ਦੇ ਪੇਪਰ 2020 ਦੇ ਹੁਣ ਮੁਸ਼ਕਲ ਕਹਿਣਾ ਜੀ ਕੁਛ ਵੀ। ਉਸ ਤੋਂ ਬਾਅਦ ਅਸੀਂ ਚੱਲਦੇ ਹਾਂ ਜੀ ਅੱਜ ਦੀ ਖਬਰ ਵੱਲ, ਜੋ ਕਿ ਨਾਪਲੀ ਦੇ ਵਿੱਚ ਆ, ਜਿੱਥੇ ਕਿ ਇਸ ਖੁੱਲ੍ਹ ਰਹੀ ਇਮੀਗ੍ਰੇਸ਼ਨ ਨੂੰ ਜਿਹੜਾ ਅਸੀਂ ਕਹਿੰਦੇ ਸਨਾਤੋਰੀਆ, ਇਹਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਜੀ ਕਸਤੂਰੇ ਦੇ ਮੂਹਰੇ। ਨਾਪੋਲੀ ਦੇ ਕਸਤੂਰੇ ਦੇ ਮੂਹਰੇ ਜੀ ਪਹੁੰਚੇ ਨੇ ਤਕਰੀਬਨ 20 ਬੰਦੇ, ਜਿਨ੍ਹਾਂ ਦੇ ਹੱਥਾਂ ਦੇ ਵਿੱਚ ਇੱਕ ਚਿੱਟੇ ਰੰਗ ਦਾ ਕੱਪੜਾ ਸੀ ਜਿਹਦੇ ਉੱਤੇ ਲਿਖਿਆ ਸੀ ਬਾਸਤਾ ਸਨਾਤੋਰੀਆ ਤਰੂਫਾ ਪਰਮੇਸ਼ੋ ਦੀ ਸੋਜੋਰਨੋ ਦੀ ਐਮਰਜੈਂਸਾ, ਕਿ ਇਹ ਧੋਖੇ ਵਾਲੇ ਜਿਹੜੇ ਤੁਸੀਂ ਕੰਮ ਨਾ ਕਰੋ, ਸਾਨੂੰ ਐਮਰਜੈਂਸੀ ਦੀਆਂ ਜਿਹੜੀਆਂ ਸੋਜੋਰਨੋ ਦਿੱਤੀਆਂ ਜਾਣ। ਸਨਾਤੋਰੀਆ ਕਹਿੰਦੇ ਜਿਸ ਟਾਈਮ ਕਿਸੇ ਚੀਜ਼ ਨੂੰ ਠੀਕ ਕਰਨਾ ਹੋਵੇ, ਕਹਿਣ ਦਾ ਮਤਲਬ ਸਨਾਤੋਰੀਆ ਨੋਰਮਲੀ ਵਰਤਿਆ ਜਾਂਦਾ, ਇਹ ਸ਼ਬਦ ਵਰਤਿਆ ਜਾਂਦਾ ਕੱਚੇ ਬੰਦਿਆਂ ਨੂੰ ਪੱਕੇ ਕਰਨ ਦੇ ਲਈ, ਨੋਰਮਲੀ ਇਹ ਵਰਤਿਆ ਜਾਂਦਾ। ਇਹ ਬੰਦਿਆਂ ਦਾ ਨਿਕਲਣ ਦਾ ਕਾਰਨ ਕੀ ਸੀ? ਬੰਦੇ ਇਸ ਕਰਕੇ ਸੜਕ 'ਤੇ ਉਤਰੇ ਨੇ, ਕਸਤੂਰੇ ਦੇ ਮੂਹਰੇ ਗਏ ਨੇ। ਉਹ ਕਹਿੰਦੇ ਨੇ ਜੀ ਕਿ ਇਹ ਇੱਕ ਧੋਖਾ ਕੀਤਾ ਜਾ ਰਿਹਾ, ਇੱਕ ਨਕਲੀ ਇਮੀਗ੍ਰੇਸ਼ਨ, ਅਸਲੀ ਇਮੀਗ੍ਰੇਸ਼ਨ ਨਹੀਂ ਹੈਗੀ, ਕਿਉਂਕਿ ਸਿਰਫ ਕੁਛ ਸੈਕਟਰਾਂ ਦੇ ਕੁਛ ਸੈਤੋਰੀ ਦੇ ਵਿੱਚ ਹੀ ਬੰਦਿਆਂ ਨੂੰ ਪੱਕੇ ਕੀਤਾ ਜਾ ਰਿਹਾ, ਜਦ ਕਿ ਅਗਰ ਇਹ ਸਨਾਤੋਰੀਆ ਹੁੰਦਾ ਤਾਂ ਜਿੰਨੇ ਵੀ ਇਟਲੀ ਦੇ ਵਿੱਚ ਕੱਚੇ ਬੰਦੇ ਨੇ ਉਹਨਾਂ ਸਾਰਿਆਂ ਨੂੰ ਪੱਕੇ ਕੀਤਾ ਜਾਣਾ ਚਾਹੀਦਾ ਸੀ। ਉਸ ਤੋਂ ਬਾਅਦ ਰੋਬਰਟੋ ਮਾਰੋਨੀ, ਜੋ ਕਿ 2009 ਦੇ ਵਿੱਚ ਇਟਲੀ ਦੇ ਗ੍ਰਹਿ ਮੰਤਰੀ ਸਨ, ਮਿਨਿਸਟਰੋ ਦੈਲ ਇੰਟਰਨੋ ਸਨ, ਜਿੱਥੇ ਹੁਣ ਲੁਚਾਨਾ ਲਾਮੋਰਗੇਜ਼ਾ, ਪਹਿਲਾਂ ਮੱਤੇਓ ਸਲਵੀਨੀ ਜੀ ਸੀ। 2009 ਦੇ ਵਿੱਚ ਰੋਬਰਟੋ ਮਾਰੋਨੀ ਸੀ। ਉਹਨਾਂ ਨੇ ਕਿਹਾ ਕਿ 2009 ਦੇ ਵਿੱਚ ਵੀ ਤਕਰੀਬਨ ਇਹੀ ਕੰਮ, ਇੱਦਾਂ ਦਾ ਹੀ ਇਮੀਗ੍ਰੇਸ਼ਨ ਇਸ ਤਰ੍ਹਾਂ ਦੀ ਹੀ ਖੋਲ੍ਹੀ ਸੀ, ਜਿਹਦੇ ਨਾਲ ਏਜੰਟਾਂ ਦੀਆਂ ਨੇਰੀਆਂ ਬਣ ਗਈਆਂ ਸੀ। ਕਿਸ ਹਿਸਾਬ ਦੇ ਨਾਲ? ਤਕਰੀਬਨ 50 ਮਿਲੀਅਨ 5 ਕਰੋੜ ਦਾ ਕੀਤਾ ਹੋਇਆ ਸੀ ਉਹਨਾਂ ਟਾਈਮਾਂ ਦੇ ਵਿੱਚ। ਤਰੂਫਾ ਉਹਨਾਂ ਟਾਈਮਾਂ ਦੇ ਵਿੱਚ ਲੋਕਾਂ ਦੇ ਨਾਲ ਲੁੱਟ ਖੋਹ ਹੋਈ ਸੀ 50 ਮਿਲੀਅਨ ਯੂਰੋ ਦੀ। ਕਿਸੇ ਵੀ ਬੰਦੇ ਦੀ
ਕੋਈ ਹੈਲਪ ਨਹੀਂ ਕੀਤੀ ਗਈ ਸੀ ਅਤੇ ਹੁਣ ਵੀ ਏਜੰਟ ਇਸ ਹਿਸਾਬ ਦੇ ਨਾਲ ਬੰਦੇ ਖਾ ਸਕਦੇ ਨੇ। ਅਤੇ ਉਹ ਜਿਹੜੇ ਇਸ ਗੱਲ ਨੂੰ ਜਿਹੜੇ ਮੂਹਰੇ ਲੈ ਕੇ ਆ ਰਹੇ ਨੇ ਜੀ ਅਬਦੁਲ ਅਲ ਮੀਰ, ਉਹ ਕਹਿ ਰਹੇ ਨੇ ਜੀ ਕਿ ਸਾਨੂੰ ਜਿੰਨੇ ਵੀ ਬੰਦੇ ਆ ਸਾਰਿਆਂ ਨੂੰ ਪੱਕੇ ਕਰਨਾ ਚਾਹੀਦਾ। 6,70,000 ਤਕਰੀਬਨ ਬੰਦਾ ਦੱਸਿਆ ਜਾ ਰਿਹਾ ਇਟਲੀ ਦੇ ਵਿੱਚ ਜਿਹੜਾ ਕੱਚਾ ਹੈ, ਉਹਨਾਂ ਸਾਰਿਆਂ ਨੂੰ ਪੱਕੇ ਕਰਨ ਦੇ ਨਾਲੋਂ ਤੁਸੀਂ ਕੁਛ ਬੰਦੇ ਹੀ ਪੱਕੇ ਕਰਨ ਜਾ ਰਹੇ ਹੋ। ਬਾਕੀ ਇਸ ਪ੍ਰਦਰਸ਼ਨ ਦਾ ਬਾਅਦ ਵਿੱਚ ਰਿਜ਼ਲਟ ਕੀ ਨਿਕਲਦਾ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਸਾਰਿਆਂ ਨੂੰ ਪਤਾ ਲੱਗ ਜਾਏਗਾ ਜੀ। ਹੋ ਸਕਦਾ ਹੈ ਕਿ ਸਰਕਾਰ ਇਹਨਾਂ ਗੱਲਾਂ ਤੋਂ ਬਾਅਦ ਸੱਚਮੁੱਚ ਵਿੱਚ ਹੀ ਜਿਹੜੇ ਬੰਦੇ ਨਹੀਂ ਕਰ ਸਕਦੇ ਆਪਣੀ ਇਮੀਗ੍ਰੇਸ਼ਨ ਦਾ ਨੁਮਾਇੰਦਾ, ਪੱਕੇ ਨਹੀਂ ਹੋ ਸਕਦੇ, ਉਹਨਾਂ ਨੂੰ ਵੀ ਪੱਕੇ ਕਰਨ ਦਾ ਕਰ ਲਵੇ ਫੈਸਲਾ। ਹੁਣ ਦੇਖਦੇ ਹਾਂ ਜੀ ਆਪਣੇ ਆਊਟ ਆਫ ਸਕੂਲਿਆਂ ਬਾਰੇ ਗੱਲ ਕਰਦੇ ਹਾਂ ਜੀ। ਆਊਟ ਆਫ ਸਕੂਲਿਆਂ ਦੇ ਵਿੱਚ ਕਿਹੜੀਆਂ ਚੀਜ਼ਾਂ ਦੇ ਵਿੱਚ ਤਬਦੀਲੀ ਆਈ ਹੈ। 20 ਮਈ ਤੋਂ ਖੁੱਲ੍ਹ ਗਏ ਨੇ ਦੁਬਾਰਾ ਜੀ ਆਊਟ ਆਫ ਸਕੂਲ। ਇਟਲੀ ਦੇ ਵਿੱਚ ਸਕੂਲ ਖੁੱਲ੍ਹ ਗਏ ਨੇ ਜਿਹੜੇ ਲਾਇਸੈਂਸ ਕਰਾਉਂਦੇ ਨੇ, ਫਿਰ ਚਾਹੇ ਲਾਇਸੈਂਸ ਗੱਡੀ ਵਾਲਾ ਹੋਵੇ ਜਾਂ ਸਕੂਟਰ ਵਾਲਾ ਹੋਵੇ, ਤਕਰੀਬਨ 2 ਮਹੀਨੇ ਬੰਦ ਰਹਿਣ ਤੋਂ ਬਾਅਦ ਜੀ ਖੁੱਲ੍ਹ ਗਏ ਨੇ। ਇਹਦਾ ਜਿਹੜਾ ਕੁਛ ਬਦਲਾਵ ਆਏ ਨੇ ਐਗਜ਼ਾਮ ਦੀ ਥਿਊਰੀ ਆ, ਜਿਹੜਾ ਥਿਊਰੀ ਦੀ ਪੇਪਰ ਹੁੰਦਾ ਸੀ ਉਹਦੇ ਵਿੱਚ ਕੁਛ ਬਦਲਾਵ ਆਏ ਨੇ। ਬਦਲਾਵ ਕਿਸ ਹਿਸਾਬ ਨਾਲ ਆਏ ਨੇ ਜੀ, ਕੋਸ਼ਿਸ਼ ਇਹ ਕੀਤੀ ਜਾਣੀ ਹੈ ਕਿ ਘੱਟ ਤੋਂ ਘੱਟ ਬੰਦੇ ਉੱਥੇ ਬੁਲਾਏ ਜਾਣ ਅਤੇ ਉਸ ਤੋਂ ਬਾਅਦ ਜਿੱਥੇ ਵੀ ਹੋਵੇ ਉੱਥੇ ਸ਼ੀਸ਼ੇ ਲਾਏ ਜਾਣੇ। ਇੱਕ ਡੈਸਕਾਂ ਦੇ ਉੱਤੇ ਸ਼ੀਸ਼ੇ ਲਾਏ ਜਾਣੇ ਕਿ ਬੰਦਾ ਇੱਕ ਦੂਜੇ ਦੇ ਪਾਸੇ ਹਵਾ ਜਾਂ ਕੋਈ ਵੀ ਇੱਦਾਂ ਦੀ ਚੀਜ਼ ਕਰੋਸਿੰਗ ਨਾ ਹੋਵੇ। ਉਸ ਤੋਂ ਬਾਅਦ ਜਿਹੜੇ ਵੀ ਕੰਪਿਊਟਰ ਸਕਰੀਨਾਂ, ਮੋਨੀਟਰ ਜੋ ਵੀ ਹੈ ਸਾਰਿਆਂ ਦੀ ਸਫਾਈ ਕੀਤੀ ਜਾਏਗੀ। ਐਂਟਰੀ ਅਤੇ ਐਕਸਿਟ ਦੇ ਪੁਆਇੰਟ ਆ ਜਿਹੜੇ ਅਲੱਗ ਕੀਤੇ ਜਾਣਗੇ। ਮੇਨ ਉਹੀ ਜੀ ਸੋਸ਼ਲ ਡਿਸਟੈਂਸ ਦਾ ਖਿਆਲ ਰੱਖਿਆ ਜਾਏਗਾ ਜੀ। ਉਸ ਤੋਂ ਬਾਅਦ ਜਿਹੜੀ ਜ਼ਰੂਰੀ ਮੇਨ ਗੱਲ ਹੈ ਜੀ ਕਿ ਜਿਹੜਾ ਤੁਹਾਡਾ ਐਗਜ਼ਾਮ ਆ, ਜਦੋਂ ਬੰਦੇ ਨੇ ਪਾਸ ਹੋ ਗਿਆ ਜਾਂ ਨਹੀਂ ਹੋ ਗਿਆ, ਉਹ ਸਕੂਲ ਵਾਲਿਆਂ ਨੂੰ ਫੋਨ ਕਰਕੇ ਦੱਸਿਆ ਜਾਊਗਾ। ਜੇ ਕੋਈ ਬੰਦਾ ਪ੍ਰਾਈਵੇਟਲੀ ਡਾਇਰੈਕਟ ਜਾ ਕੇ ਪੇਪਰ ਦੇ ਰਿਹਾ ਤਾਂ ਫਿਰ ਉਸ ਬੰਦੇ ਨੂੰ ਉਹਦੀ ਈਮੇਲ ਆਏਗੀ ਕਿ ਤੁਸੀਂ ਪਾਸ ਹੋ ਜਾਂ ਫੇਲ। ਹੁਣ ਉੱਥੇ ਖੜ੍ਹ ਕੇ ਤੁਸੀਂ ਆਪਣਾ ਜਿਹੜਾ ਪਾਸ ਜਾਂ ਫੇਲ ਦਾ ਨਹੀਂ ਪਤਾ ਕਰ ਸਕਦੇ। ਹਾਂਜੀ, ਤੁਸੀਂ ਇੱਕ ਭੁੰਡੀ ਪਾਸ ਫੇਲ ਵਾਲੀ ਨੂੰ ਹੱਥ 'ਤੇ ਬਿਠਾ ਕੇ ਉਡਾ ਕੇ ਜ਼ਰੂਰ ਚੈੱਕ ਕਰ ਸਕਦੇ ਕਿ ਤੁਸੀਂ ਪਾਸ ਹੋ ਜਾਂ ਫਿਰ ਫੇਲ ਹੋ। ਉਸ ਤੋਂ ਬਾਅਦ ਜਿਹੜੇ ਗੁਈਦੇ ਦੇ ਲਾਇਸੈਂਸ ਆ, ਉਹਦੇ ਲਈ ਗੁਈਦਾ ਜਿਹੜਾ ਪਤਨ 20 ਦਾ, ਉਹਦੇ ਲਈ ਵੀ ਥੋੜ੍ਹਾ ਜਿਹਾ ਕੁਛ ਚੇਂਜਿੰਗ ਆਈ ਹੈ ਜੀ। ਉਸ ਤੋਂ ਸਭ ਤੋਂ ਪਹਿਲਾਂ ਜੀ ਜਿਹਨਾਂ ਬੰਦਿਆਂ ਦੇ ਪੇਪਰ ਹੋਣੇ ਨੇ, ਗੁਈਦੇ ਦਾ ਐਗਜ਼ਾਮ ਹੋਣਾ, ਉਹ ਬੰਦੇ ਸਾਰੇ ਬਾਹਰ ਕਿਸੇ ਖੁੱਲ੍ਹੇ ਹਾਲ ਦੇ ਵਿੱਚ ਹੋਣਗੇ, ਖੁੱਲ੍ਹੇ ਮੈਦਾਨ ਦੇ ਵਿੱਚ ਹੋਣਗੇ, ਹਵਾ ਹਾਰ ਦੇ ਵਿੱਚ ਹੋਣਗੇ। ਅਤੇ ਜਿਸ ਟਾਈਮ ਪੇਪਰ ਹੋਣਾ, ਐਗਜ਼ਾਮ ਹੋਣਾ, ਗੁਈਦੇ ਦਾ ਟੈਸਟ ਹੋਣਾ, ਉਸ ਟਾਈਮ ਨਾ ਹੀ ਤੁਹਾਡਾ ਐਗਜ਼ਾਮੀਨਾ ਤੋਰੇ ਨਾ ਹੀ ਇਸਤਰੂਤ ਤੋਰੇ, ਕਿਸੇ ਨੇ ਵੀ ਗੱਡੀ ਦੇ ਵਿੱਚ ਨਹੀਂ ਬੈਠਣਾ। ਅਤੇ ਇਹ ਐਗਜ਼ਾਮ ਕਿਸੇ ਪ੍ਰਾਈਵੇਟ ਜਗ੍ਹਾ, ਕਿਤੇ ਰਚਿੰਤਾ ਤਾਂ ਕੋਈ ਪ੍ਰਾਈਵੇਟ ਜਗ੍ਹਾ, ਕੋਈ ਪਾਰਕਿੰਗ ਕਿਸੇ ਪਾਸੇ ਤੁਹਾਨੂੰ ਲੈ ਕੇ ਜਾਣਗੇ, ਉੱਥੇ ਹੀ ਤੁਹਾਡਾ ਟੈਸਟ ਲਿਆ ਜਾਏਗਾ। ਹੋ ਸਕਦਾ ਆਊਟ ਆਫ ਸਕੂਲ ਦੇ ਨੇੜੇ ਕੋਈ ਪਾਰਕਿੰਗ ਹੋ ਕੇ ਉੱਥੇ ਹੀ ਤੁਹਾਡਾ ਟੈਸਟ ਲਿਆ ਜਾਵੇ। ਜਾਣਕਾਰੀ ਅਨੁਸਾਰ ਮਿਲੀ ਜਿਹੜੀ ਜਾਣਕਾਰੀ, ਇਹ ਵੀ ਹੋ ਸਕਦਾ ਕਿ ਤੁਹਾਡੇ ਕੋਲ ਸਿਰਫ ਪਾਰਕਿੰਗ ਹੀ ਲਾ ਕੇ ਦੇਖਿਆ ਜਾਵੇ ਜਾਂ ਪਾਰਕ ਦੇ ਵਿੱਚ ਹੀ ਘੁਮਾ ਕੇ ਉਹਨਾਂ ਨੂੰ ਕਹੋਗੇ ਕਿ ਇਸ ਹਿਸਾਬ ਨਾਲ ਗੱਡੀ ਘੁਮਾਓ। ਕਹਿਣ ਦਾ ਮਤਲਬ ਸਿਰਫ ਉਸ ਏਰੀਏ ਦੇ ਵਿੱਚ ਅਸੀਂ ਐਗਜ਼ਾਮਪਲ ਦੇ ਲਈ ਪਾਰਕਿੰਗ ਰੱਖਦੇ ਹਾਂ। ਪਾਰਕਿੰਗ ਦੇ ਵਿੱਚ ਜਿਹਨੇ ਤੁਹਾਨੂੰ ਗੱਡੀ ਸਿਖਾਈ ਹੈ ਅਤੇ ਜਿਹੜਾ ਤੁਹਾਡਾ ਪੇਪਰ ਲੈਣ ਆ ਰਿਹਾ, ਦੋਵੇਂ ਬੰਦੇ ਪਾਰਕ 'ਚ ਖੜ੍ਹੇ ਹੋਣੇ, ਉਹਨਾਂ ਨੇ ਤੁਹਾਨੂੰ ਬੋਲ ਕੇ ਦੱਸਣਾ ਕਿ ਗੱਡੀ ਨੂੰ ਅੱਗੇ ਲੈ ਜਾਓ, ਗੱਡੀ ਨੂੰ ਪਿੱਛੇ ਲੈ ਜਾਓ, ਗੱਡੀ ਨੂੰ ਸੱਜੇ ਮੋੜੋ ਜਾਂ ਫਿਰ ਗੱਡੀ ਨੂੰ ਖੱਬੇ ਪਾਸੇ ਮੋੜੋ। ਇਹ ਆ ਜੀ ਜਿਹੜੀਆਂ ਕੁਛ ਬਦਲਾਵ ਆਏ ਨੇ ਜੀ। ਹੁਣ ਦੇਖਦੇ ਹਾਂ ਜੀ 18 ਮਈ ਤੋਂ ਬਾਅਦ ਕਿਹੜੀਆਂ ਚੀਜ਼ਾਂ ਵਿੱਚ ਬਦਲਾਵ ਆਇਆ, ਕਿਹੜਾ ਬੰਦਾ ਘੁੰਮ ਸਕਦਾ ਅਤੇ ਕਿੱਥੇ ਨਹੀਂ ਘੁੰਮ ਸਕਦਾ। ਇਹਦੇ ਬਾਰੇ ਵੀ ਹਜੇ ਥੋੜ੍ਹੀ ਜਿਹੀ ਮਿਸਅੰਡਰਸਟੈਂਡਿੰਗ ਹੋ ਰਹੀ ਹੈ ਜੀ। ਨੋਰਮਲੀ 18 ਮਈ ਤੋਂ ਜਿਹੜਾ ਕਾਨੂੰਨ ਆ ਜੀ, ਬੰਦਾ ਆਪਣੇ ਸਟੇਟ ਦੇ ਵਿੱਚ, ਅਸੀਂ ਆਪਣੀ ਸਟੇਟ ਦੇ ਵਿੱਚ ਲੋਂਬਰ ਦੀ ਵੇਨੇ ਤੋਂ ਜਿੱਥੇ ਵੀ ਤੁਸੀਂ ਹੈਗੇ ਆ ਕਿਸੇ ਵੀ ਪਾਸੇ ਜਾ ਆ ਸਕਦੇ ਆ, ਘੁੰਮ ਫਿਰ ਸਕਦੇ ਆ। ਪਰ ਸਰਕਾਰ ਜਾਂ ਫਿਰ ਜਿਹੜੇ ਸਟੇਟ ਦੇ ਜਿਹੜੇ ਗੌਰਮੈਂਟ ਆ, ਉਹ ਤੁਹਾਨੂੰ ਕਹਿ ਸਕਦੀ ਕਿਸੇ ਏਰੀਆ ਦੇ ਵਿੱਚ ਜਾਣ ਤੋਂ ਮਨ੍ਹਾ ਕੀਤਾ ਜਾ ਸਕਦਾ। ਕਿਉਂ ਕੀਤਾ ਜਾ ਸਕਦਾ? ਹੋ ਸਕਦਾ ਸ਼ੱਕ ਹੋਵੇ ਕਿ ਉਹ ਏਰੀਆ ਅਸੀਂ ਜਿੱਦਾਂ ਰੈੱਡ ਜ਼ੋਨ ਅਸੀਂ ਕਹਿੰਦੇ ਹਾਂ, ਗਰੀਨ ਜ਼ੋਨ ਕਹਿੰਦੇ ਹਾਂ, ਇਸ ਤਰ੍ਹਾਂ ਬਣਾਇਆ ਹੋਵੇ। ਕਿਸੇ ਪਿੰਡ ਦੇ ਵਿੱਚ ਨਵੇਂ ਕੇਸ ਆਉਂਦੇ ਨੇ ਤਾਂ ਉਸ ਪਿੰਡ ਨੂੰ ਆਉਣ ਜਾਣ ਲਈ ਬੰਦ ਕੀਤਾ ਜਾ ਸਕਦਾ। ਸਿਰਫ ਜਿੱਥੇ ਸ਼ੱਕ ਹੋਵੇ ਉਹਨਾਂ ਏਰੀਆ ਦੇ ਵਿੱਚ ਹੀ ਜਾਣ ਤੋਂ ਮਨ੍ਹਾ ਕੀਤਾ ਜਾ ਸਕਦਾ। ਬਾਕੀ ਤੁਸੀਂ ਸਟੇਟ ਦੇ ਵਿੱਚ 18 ਮਈ ਤੋਂ 2 ਜੂਨ ਤੱਕ ਜਿੱਦਾਂ ਮਰਜ਼ੀ ਘੁੰਮ ਸਕਦੇ ਹੋ। ਆਪਣੀ ਸਟੇਟ ਤੋਂ ਬਾਹਰ ਜਾਣਾ ਜੀ, ਸਟੇਟ ਤੋਂ ਬਾਹਰ ਜਾਣ ਲਈ ਤੁਹਾਡੇ ਕੋਲ ਆਊਟ ਆਫ ਸਰਟੀਫਿਕੇਟ ਉਹਨੇ ਹੋਣਾ ਚਾਹੀਦਾ। ਉਹਦੇ ਉੱਤੇ ਤੁਹਾਡੇ ਕੋਲ ਸਿਰਫ 3 ਮੋਟੀਵੀ ਨੇ, 3 ਵਜ੍ਹਾ ਹੋਣੀਆਂ ਚਾਹੀਦੀਆਂ। ਸਭ ਤੋਂ ਪਹਿਲੀ
ਕਿ ਤੁਸੀਂ ਕਿਸੇ ਕੰਮ ਕਾਰਨ ਬਾਹਰ ਚੱਲੇ ਆ। ਜੇਕਰ ਤੁਸੀਂ ਕਿਸੇ ਕੰਮ ਕਾਰਨ ਬਾਹਰ ਚੱਲੇ ਆ ਤਾਂ ਤੁਹਾਡੇ ਕੋਲ ਪ੍ਰੂਫ ਹੈ ਕਿ devono essere dimostrabili, ਤੁਹਾਡੇ ਕੋਲ ਸਬੂਤ ਹੋਣਾ ਚਾਹੀਦਾ ਕਿ ਤੁਸੀਂ ਕੰਮ ਕਾਰਨ ਹੀ ਚੱਲੇ ਹੋ ਬਾਹਰ। ਐਗਜ਼ਾਮਪਲ, ਤੁਹਾਡਾ ਕੰਮ ਦੂਸਰੀ ਸਟੇਟ ਦੇ ਵਿੱਚ ਆ, ਕਰਮੋਨੇ ਤੋਂ ਪੈਚੈਂਸੇ ਜਾਣਾ, ਫਰਜ਼ ਕਰਦੇ ਆ, ਐਗਜ਼ਾਮਪਲ ਕਰਦੇ ਆ, ਜਾਂ ਬਰੇਸ਼ੀਆ ਤੋਂ ਕਿਸੇ ਨੇ ਵੈਨੇਸੀਆ ਜਾਂ ਵਰੋਨਾ ਜਾਣਾ, ਜਾਂ ਵਰੋਨੇ ਤੋਂ ਕਿਸੇ ਨੇ ਇੱਦਾਂ ਆਉਣਾ। ਇਹਨਾਂ ਕੇਸਾਂ ਦੇ ਵਿੱਚ ਕੀ ਹੁੰਦਾ, ਤੁਹਾਡੇ ਕੋਲ ਆਪਣਾ ਕੰਮ ਦਾ ਕਾਰਡ ਹੋਣਾ ਚਾਹੀਦਾ ਅਤੇ ਸਰੀਰ ਹੋਣਾ ਚਾਹੀਦਾ, ਤੁਹਾਡੇ ਕੋਲ ਸਬੂਤ ਹੈ ਕਿ ਤੁਸੀਂ ਕੰਮ 'ਤੇ ਹੀ ਜਾ ਰਹੇ ਹੋ। ਉਸ ਤੋਂ ਬਾਅਦ ਜੇ ਦੇਖਦੇ ਹਾਂ ਜੀ ਗੱਲ 2 ਜੂਨ ਤੋਂ ਬਾਅਦ ਕੀ ਹੈ, 2 ਜੂਨ ਤੋਂ ਬਾਅਦ ਆ ਗਿਆ 3 ਜੂਨ। 2 ਜੂਨ ਦੀ ਰਾਤ 12 ਵਜੇ ਤੋਂ ਬਾਅਦ 3 ਜੂਨ ਨੂੰ ਇਟਲੀ ਦੇ ਵਿੱਚ ਕਿਸੇ ਵੀ ਪਾਸੇ ਅਸੀਂ ਆ ਜਾ ਸਕਦੇ ਹਾਂ, ਪਰ ਫਿਰ ਵੀ ਹਮੇਸ਼ਾ ਗੱਲ ਯਾਦ ਰੱਖੋ ਕਿ ਸਰਕਾਰ ਕਿਸੇ ਇਟਲੀ ਦੇ ਹਿੱਸੇ ਨੂੰ ਬਲੌਕ ਕਰ ਸਕਦੀ ਹੈ, ਰੋਕ ਸਕਦੀ ਹੈ, ਕਿਸੇ ਪਿੰਡ ਵਿੱਚ ਆਉਣ ਜਾਂ ਜਾਣ ਵਿੱਚ ਮਨਾਹੀ ਲਾਈ ਜਾ ਸਕਦੀ ਹੈ। ਇਹ ਸਾਰੀਆਂ ਚੀਜ਼ਾਂ ਦੇਖਣ ਦੇ ਲਈ ਤੁਸੀਂ ਆਪਣੀ ਜਿਹੜੀ ਸਟੇਟ ਆ, ਜਿੱਦਾਂ ਲੋਂਬਰਦੀ ਆ, ਉਹਨਾਂ ਦੀ ਵੈਬਸਾਈਟ ਉੱਤੇ ਜਾਓ। ਰੇਜਿਓਨੇ ਲੋਂਬਰਦੀ ਆ, ਜਿਨ੍ਹਾਂ ਦੀ ਵੇਨੇਤੋ ਵਾਲੀ ਵੈਬਸਾਈਟ ਆ ਜਿਹੜੀ, ਉੱਤੇ ਜਾ ਕੇ ਦੇਖਣ, ਈਮੀਲੀਆ ਰੋਮਾਨੀਆ ਵਾਲੇ ਦੇਖਣ। ਇਸ ਹਿਸਾਬ ਨਾਲ ਤੁਸੀਂ ਆਪਣੀ ਜਿਹੜੀ ਸਟੇਟ ਦੀ ਵੈਬਸਾਈਟ ਆ ਉਹਦੇ ਉੱਤੇ ਜਾ ਕੇ ਚੈੱਕ ਕਰੋਗੇ ਤਾਂ ਉਹਦੇ ਉੱਤੇ ਤੁਹਾਨੂੰ ਲਿਸਟ ਮਿਲ ਜਾਣੀ ਆ ਜੀ, ਤੁਸੀਂ ਕਿੱਥੇ ਕਿੱਥੇ ਜਾ ਸਕਦੇ ਹੋ ਅਤੇ ਕਿੱਥੇ ਕਿੱਥੇ ਤੁਹਾਨੂੰ ਜਾਣਾ ਮਨਾ ਕੀਤਾ ਜਾਊਗਾ। ਅਤੇ ਉਸ ਤੋਂ ਬਾਅਦ ਜਿਹੜਾ ਇਕੱਠ ਜਿਹਨੂੰ ਅਸੀਂ ਕਹਿੰਦੇ, ਇਕੱਠ ਪਾਉਣ ਦੀ ਹਮੇਸ਼ਾ ਹੀ ਪਾਬੰਦੀ ਰਹੇਗੀ ਵੀ ਜਿੰਨੀ ਕੋਸ਼ਿਸ਼ ਹੋਵੇ ਇਕੱਠ ਨਾ ਪਾਇਆ ਜਾ ਸਕੇ। ਉਸ ਤੋਂ ਬਾਅਦ ਜੇ ਦੇਖਿਆ ਜਾਵੇ, ਆਪਣੀ ਟੀਮ ਦੇਵ ਅਤੇ ਆਪਣਾ ਸਨੀਤਾ ਦੀ ਫਰੋਂਟੀਅਰ ਆ ਔਨਲੋਸੀਨਾ ਨੇ ਇੱਕ ਐਪ ਬਣਾਈ ਹੈ ਜੋ ਕਿ ਰੋਮਾ ਅਤੇ ਲਾਤਸੀਓ ਦੇ ਵਿੱਚ ਐਕਟਿਵ ਆ। ਜਿਨ੍ਹਾਂ ਬੰਦਿਆਂ ਕੋਲ ਆਪਣੇ ਪੇਪਰ ਨਹੀਂ ਹੈਗੇ, ਸਜੋਰਨੋ ਨਹੀਂ ਹੈਗੇ, ਜਾਂ ਕਿਸੇ ਵੀ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਰਹਿ ਰਹੇ ਨੇ ਜਾਂ ਹਨ ਇਸ ਟਾਈਮ, ਉਹਨਾਂ ਨੂੰ ਸਿਹਤ ਸੰਬੰਧੀ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੋਵੇ ਤਾਂ ਉਹ ਸਾਨੀ ਮੈਪ SANI ਸਨੀ MAMPP ਮਾਪ ਸਾਨੀ ਮੈਪ ਨਾਂ ਦੀ ਇੱਕ ਐਪ ਆ, ਉਹਨੂੰ ਡਾਊਨਲੋਡ ਕਰਕੇ ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਲੈ ਸਕਦੇ ਨੇ। 4 ਭਾਸ਼ਾ ਦੇ ਵਿੱਚ ਇਸ ਐਪ ਦੇ ਉੱਤੇ ਬੰਦੇ ਨਾਲ ਤੁਸੀਂ ਕਿਸੇ ਨਾਲ ਵੀ ਗੱਲ ਕਰ ਸਕਦੇ ਹੋ। ਅਤੇ ਚਲੋ ਚੰਗਾ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੁਸੀਂ ਸੁਣ ਰਹੇ ਸੀ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ। ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦੀਆਂ ਖਬਰਾਂ ਵੀ ਵਧੀਆ ਲੱਗੀਆਂ ਹੋਣ, ਅਤੇ ਜੇ ਵਧੀਆ ਲੱਗਦੀਆਂ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ। ਮਿਲਾਂਗੇ ਹੁਣ ਅਸੀਂ ਆਪਣੇ ਨੈਕਸਟ ਅਪਡੇਟ ਦੇ ਵਿੱਚ। ਉਨਾ ਚਿਰ ਆਪਣੇ ਘਰ ਪਰਿਵਾਰ ਦਾ ਰੱਖਿਓ ਖਿਆਲ ਜੀ। ਤੁਸੀਂ ਸੁਣ ਰਹੇ ਸੀ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।